परम सत्कारयोग सतगुरां दी साजी निवाजी गुरु रूप प्यारी गुरु सवारी साध संगत जी, आप सारियां संगतां निता प्रति कर्म अनुसार परमेश्वर दे चरणां कमलां दे नाल जुड़ बैठते हाँ। अकाल पुरख महाराज जी बख्शिशां कर रहे ने। इन्हां बख्शिशां दे विचों महान बख्शिश परमात्मा दी है। अमृत वेले दा जागरता अकाल पुरख जी बख्शदे ने, उदम उपराला बख्शदे ने। परमात्मा दे दर ते पहुँच के गुरु दा जस करन दा सुनन दा सुभाग समां प्राप्त हुंदा है। बख्शिंद परमात्मा ने इस जीवन की जिंदगी की बेड़ी नूं बन्ने लाउण वास्ते कुदरती निजमां दे विच करोड़ां तरह के बंदोबस्त कीते ने। इस जिंदगी नूं श्रेष्ठ बना के परमात्मा ने और श्रेष्ठ ही इस वास्ते बंदोबस्त किए हुए हैं। इतने बड़े बंदोबस्त परमात्मा ने किए ने। जन्म लैण समय भावें बच्चे की उम्र कुछ भी नहीं हुंदी, पर उसे बच्चे के शरीर के अंदर जवानी छुपी हुंदी है, बुढ़ेपा छुपिया हुंदा है, सारे का सारा बचपना छुपिया हुंदा है। कि ये सारियां दातां परमात्मा ने जन्म वेले बख्श दित्तियां सी। जन्म तो पहला भी परमात्मा ने इन्हां वस्तुआं की बख्शिश की है। समय के अनुसार माता के उदर के अंदर बच्चे की परवरिश करनी, उसकी साਂਭ संभाल करनी, उसके श्वासां का चलना, उसके शरीर का वधना फुलना, सब कुछ बड़ा परमात्मा ने बख्शिया। ठीक है कि इस जीवन नूं जन्म देण तो एक माँ की लोड़ पैंदी है, एक बाप की लोड़ पैंदी है। क्योंकि दुनिया दे विच जिन्ने भी कारज ने वो सारे दे सारे हमेशा दूजे दे कारण करके चलते हैं। पर रबाब बनाई है दुकान दे विच उन्ना वक्त पई रहिंदी है जिन्ना टाइम उन्हों कोई दूजा वजाउंदा नहीं। हारमोनीयम है, ढोलक है, तबला है, जिन्ने दे जिन्ने तांती साज ने, ये साजां नूं बजाउण वास्ते दूजे की लोड़ पैंदी है। किसी मिस्त्री ने मशीनरी बनाई है, मशीनरी भावें करोड़ां रुपयों की होवे, पर उन्हों भी किसी दूजे की ड्राइवर की लोड़ पैंदी है। मनुख नूं भी संसार दे विच आउण वास्ते किसी दूजे की
ਮਾਂ ਦੀ ਅਤੇ ਬਾਪ ਦੀ ਲੋੜ ਪੈਂਦੀ ਹੈ। ਜਿੰਨੇ ਕੁਛ ਵੀ ਸੰਸਾਰ ਦੇ ਵਿੱਚ ਨੇ, ਧਰਮ ਦੇ ਵਿੱਚ ਨੇ, ਰਾਜਨੀਤੀ ਦੇ ਵਿੱਚ ਨੇ, ਇਹਨਾਂ ਸਾਰਿਆਂ 'ਤੇ ਹਮੇਸ਼ਾ ਦੂਜੇ ਦੀ ਲੋੜ ਪੈਂਦੀ ਹੀ ਪੈਂਦੀ ਹੈ। ਕਿਸੇ ਵੀ ਪੱਖ ਤੋਂ ਸੰਸਾਰ ਦੇ ਵਿੱਚੋਂ ਅਸੀਂ ਲੈ ਲਈਏ, ਨਿਰੰਕਾਰ ਪਰਮੇਸ਼ਰ ਨੇ ਸੰਸਾਰ ਨੂੰ ਸੇਧ ਦੇਣ ਵਾਸਤੇ ਪਰਮੇਸ਼ਰ ਨੇ ਵੀ ਪਰਉਪਕਾਰੀ ਸਾਧੂਆਂ ਨੂੰ ਸੰਸਾਰ ਦੇ ਵਿੱਚ ਭੇਜਿਆ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ। ਜਨਮ ਅਤੇ ਮਰਨ ਤੋਂ ਜੇ ਤੂੰ ਡਰਦਾ ਹੈ, ਭਾਵੇਂ ਸਮਾਜ ਆਪਣੇ ਨਿਯਮ ਬਦਲ ਚੁੱਕੇ ਹੈ, ਇਹ ਜਨਮ ਤੋਂ ਬਿਲਕੁਲ ਵੀ ਨਹੀਂ ਡਰਦਾ। ਇਹਨੇ ਤੇ ਜਨਮ ਨੂੰ ਬੜਾ ਗਹਿਰਾ ਲੈ ਰੱਖਿਆ। ਇਹ ਜਨਮ ਤੋਂ ਡਰਦਾ ਨਹੀਂ ਹੈ। ਹਾਲਾਂਕਿ ਗੁਰੂ ਇੱਥੇ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਨਮ ਤੋਂ ਡਰਨ ਦੀ ਗੱਲ ਕਰ ਰਹੇ ਨੇ, ਕਿਉਂਕਿ ਜਨਮ ਵੇਲੇ ਸਭ ਤੋਂ ਪਹਿਲੀ ਆਵਾਜ਼ ਹੋਣੀ ਹੈ ਰੋਣ ਦੀ। ਪਰਮਾਤਮਾ ਦੇ ਨਾਲੋਂ ਵਿਛੜ ਕੇ ਤੂੰ ਸੰਸਾਰ ਦੇ ਵਿੱਚ ਆ ਗਿਆ। ਜੇ ਕੋ ਜਨਮ ਮਰਨ ਤੇ ਡਰੈ, ਮਰਨ ਤੋਂ ਤੇ ਸਾਰੀ ਦੁਨੀਆ ਡਰਦੀ ਹੈ। ਜੇ ਤੂੰ ਚਾਹੁੰਦਾ ਹੈ ਕਿ ਮੇਰਾ ਜਨਮ ਵੀ ਨਾ ਹੋਵੇ ਤੇ ਮਰਨ ਵੀ ਨਾ ਹੋਵੇ, ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਸਾਧ ਜਨਾ ਕੀ ਸਰਨੀ ਪਰੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਫਿਰ ਤੋਂ ਸਾਧੂਆਂ ਦੇ ਸ਼ਰਨ ਦੇ ਵਿੱਚ ਚਲਿਆ ਜਾ। ਜਿਹੜੇ ਤਤਵੇਤੇ ਮਹਾਤਮਾ ਨੇ, ਜਿਹੜੇ ਖੁਦ ਪਰਮਾਤਮਾ ਨੇ ਪਰਉਪਕਾਰ ਵਾਸਤੇ ਸਮਾਜ ਵਿੱਚ ਭੇਜੇ ਹੋਏ ਨੇ। ਅਗਰ ਬਾਈ ਜੇ ਸਾਧੂਆਂ ਦੇ ਚਰਨਾਂ ਵਿੱਚ ਚਲਿਆ ਗਿਆ ਤਾਂ ਸਾਧੂਆਂ ਨੇ ਤੈਨੂੰ ਕੋਈ ਬਚਨ ਕਰ ਦਿੱਤਾ ਤੇ ਉਹ ਬਚਨ ਫਿਰ ਟਲਣਾ ਨਹੀਂ ਹੈ। ਬਚਨ ਗੁਰੂ ਜੋ ਪੂਰਾ ਕਹਿਓ, ਮੈਂ ਛੀਕ ਗੰਠਰੀ ਬੰਨ੍ਹਦਾ। ਜਦ ਤੂੰ ਸਾਧੂ ਦੇ ਚਰਨਾਂ ਵਿੱਚ ਚਲਿਆ ਗਿਆ ਤੇ ਇਹ ਜਿਹੜਾ ਤੇਰੇ ਜਨਮ ਅਤੇ ਮਰਨ ਦਾ ਤੈਨੂੰ ਡਰ ਹੈ ਨਾ, ਇਹ ਤੇਰਾ ਸਾਧੂ ਸਾਰੇ ਦਾ ਸਾਰਾ ਬਾਹਰ ਕੱਢ ਦੇਣਗੇ, ਬਾਹਰ ਕੱਢ ਦੇਣਗੇ। ਹਮੇਸ਼ਾ ਦੂਸਰੇ ਦੀ ਲੋੜ ਪੈਂਦੀ ਹੈ ਤਾਂ ਪਰਮਾਤਮਾ ਨੇ ਸਾਧੂ ਭੇਜੇ ਨੇ ਇਸ ਮਨੁੱਖਤਾ ਨੂੰ ਜੀਵਨ ਜਿਉਣ ਦੇ ਢੰਗ ਦੱਸਣ ਵਾਸਤੇ। ਹਮੇਸ਼ਾ ਦੂਜੇ ਦੀ ਲੋੜ, ਹਮੇਸ਼ਾ ਬੰਦੇ ਨੂੰ ਆਪਣੀ ਜ਼ਿੰਦਗੀ ਸਹੀ ਢੰਗ ਦੇ ਨਾਲ ਜਿਉਣ ਵਾਸਤੇ ਹਮੇਸ਼ਾ ਆਪਣੇ ਧਰਮ ਦੀ ਲੋੜ ਪੈਂਦੀ ਹੈ। ਧਰਮ ਦੀ ਲੋੜ ਪੈਂਦੀ ਹੈ। ਤੇ ਜਦੋਂ ਮਨੁੱਖ ਧਰਮ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਪਰਮਾਤਮਾ ਦੇ ਬੋਲ ਸੁਣਨ ਦੀ ਇੱਛਾ ਰੱਖਦਾ ਹੈ ਕਿ ਮੇਰੇ ਪਰਮਾਤਮਾ, ਮੈਨੂੰ ਕੋਈ ਤੁਸੀਂ ਆਪਣੇ ਇਹੋ ਜਿਹੇ ਬੋਲ ਸੁਣਾਓ ਜਿਹੜੇ ਬੋਲਾਂ ਦੇ ਨਾਲ ਮੇਰਾ ਜਨਮ ਹੈ ਜਿਹੜਾ ਸਫਲਾ ਹੋ ਜਾਏ। ਮਨੁੱਖ ਦੀ ਤੇ ਇੱਛਾ ਹੀ ਇਹੋ ਹੈ। ਤੇ ਪਰਮਾਤਮਾ ਨੇ ਆਪਣੇ ਬੋਲ ਬੋਲਣ ਵਾਸਤੇ ਫਿਰ ਕਿਸੇ ਦੀ ਇੱਕ ਜਰੀਆ ਬਣਾ ਲਿਆ ਦੂਸਰੇ ਨੂੰ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦ ਕਿਸੇ ਦਾ ਆਧਾਰ ਕਰਦੇ ਸੀ ਤੇ ਭਾਈ ਮਰਦਾਨੇ ਤੇ ਬਾਲੇ ਨੂੰ ਜਰੀਆ ਬਣਾ ਲੈਂਦੇ ਸੀ ਮਹਾਰਾਜ ਜੀ। ਉਹ ਇੱਕ ਜਰੀਆ ਹੈ। ਜੋ ਵੀ ਕੁਦਰਤੀ ਨਿਯਮ ਨੇ
ਅਤੇ ਸਮਾਜ ਦੇ ਵਿੱਚ, ਧਰਮ ਦੇ ਵਿੱਚ ਜੋ ਵੀ ਕਾਰ ਵਿਹਾਰ ਚੱਲਦੇ ਨੇ, ਇਹ ਹਮੇਸ਼ਾ ਦੂਜੇ ਦੇ ਨਾਲ ਚੱਲਦੇ ਨੇ। ਮਨੁੱਖ ਕੁਛ ਬੋਲਣਾ ਚਾਹੁੰਦਾ ਹੈ, ਇਕੱਲਾ ਬੈਠ ਕੇ ਕੀ ਬੋਲੇਗਾ? ਉਹਨੂੰ ਬੋਲਣ ਵਾਸਤੇ ਕੋਈ ਦੂਜਾ ਚਾਹੀਦਾ ਹੈ। ਮਨੁੱਖ ਨੇ ਆਪਣਾ ਕ੍ਰੋਧ ਪ੍ਰਗਟ ਕਰਨਾ ਹੈ, ਇਕੱਲਾ ਬੈਠ ਕੇ ਕੀ ਕ੍ਰੋਧ ਪ੍ਰਗਟ ਕਰੇਗਾ? ਉਹਨੂੰ ਕੋਈ ਦੂਜਾ ਚਾਹੀਦਾ ਹੈ। ਹੰਕਾਰ ਪ੍ਰਗਟ ਕਰਨਾ ਹੈ, ਦੂਜਾ ਚਾਹੀਦਾ ਹੈ। ਮਨੁੱਖ ਨੇ ਆਪਣੇ ਅੰਦਰ ਦੀ ਭਾਵਨਾਵਾਂ ਦੱਸਣੀ ਹੈ ਤਾਂ ਕੋਈ ਦੂਜਾ ਚਾਹੀਦਾ ਹੈ। ਜੇ ਦੂਜੇ ਦੀ ਹਮੇਸ਼ਾ ਜੱਗ ਦੇ ਵਿੱਚ ਲੋੜ ਪੈਂਦੀ ਹੈ ਤਾਂ ਫਿਰ ਦੂਸਰਾ ਵੀ ਇਹੋ ਜਿਹਾ ਲੱਭਿਆ ਜਾਵੇ ਜਿਹੜਾ ਪਰਮਾਤਮਾ ਦੇ ਸਹੀ ਬੋਲ ਸਾਡੀ ਝੋਲੀ ਦੇ ਵਿੱਚ ਪਾਵੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਤੇ ਕਹਿ ਦਿੱਤਾ, ਸਾਧੂਆਂ ਦੀ ਸਾਰਨੀ ਦੇ ਵਿੱਚ ਚਲਿਆ ਜਾ, ਤੈਨੂੰ ਰੱਬ ਦੇ ਬੋਲ ਨੇ ਜਿਹੜੇ ਉਹ ਸੁਣਾ ਦੇਣੇ। ਜੇ ਕੋਈ ਬਖਸ਼ਿਆ ਮਿਲ ਜਾਵੇ ਫਿਰ ਆਪ ਬਖਸ਼ਿਆ ਜਾ। ਜੇ ਕੋਈ ਤੈਨੂੰ ਪਰਮਾਤਮਾ ਦਾ ਬਖਸ਼ਿਆ ਹੋਇਆ ਮਿਲ ਗਿਆ ਨਾ, ਫਿਰ ਤੂੰ ਆਪ ਵੀ ਬਖਸ਼ਿਆ ਜਾਵੇਂਗਾ। ਤੇ ਪਰਮਾਤਮਾ ਦੇ ਬਖਸ਼ੇ ਹੋਏ ਜਿਹੜੇ ਸਰੀਰ ਨੇ, ਉਹ ਸਰੀਰ ਤੇ ਫਿਰ ਕਿਸੇ ਵੀ ਜਗ੍ਹਾ ਤੇ ਪਏ ਹਨ, ਹਮੇਸ਼ਾ ਬਖਸ਼ਦੇ ਨੇ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਨਾ, ਜਿਸ ਦਿਨ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਤੇ ਵਜ਼ੀਰ ਖਾਂ ਸੂਬੇ ਸਰਹੰਦ ਵਾਲਿਆਂ ਨੇ ਕੀ ਕੀਤਾ? ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਜਦ ਤਿੰਨੇ ਸ਼ਹੀਦ ਹੋ ਗਏ ਤੇ ਇਹਨਾਂ ਤਿੰਨਾਂ ਦੀਆਂ ਜਿਹੜੀਆਂ ਸਰੀਰ ਦੀਆਂ ਲਾਸ਼ਾਂ ਸੀ ਉਹ ਚੁੱਕ ਕੇ ਨਹਿਰ ਦੇ ਕੰਢੇ ਤੇ ਲਵਾਰਸ ਕਰਕੇ ਸੁੱਟ ਦਿੱਤੀਆਂ ਸੀ। ਕਿਉਂਕਿ ਵਜ਼ੀਰ ਖਾਨ ਨੂੰ ਪਤਾ ਸੀ ਕਿ ਇਸ ਨਹਿਰ ਤੇ ਜੰਗਲੀ ਜਾਨਵਰ ਬੜੇ ਰਹਿੰਦੇ ਨੇ, ਉਹ ਆਪੇ ਇਹਨਾਂ ਨੂੰ ਰਾਤ ਦੇ ਹਨੇਰੇ ਦੇ ਵਿੱਚ ਲਾਸ਼ਾਂ ਨੂੰ ਖਾ ਜਾਣਗੇ। ਵਜ਼ੀਰ ਖਾਂ ਵਰਗਿਆਂ ਨੇ ਉਹਨਾਂ ਨੂੰ ਨਹਿਰ ਦੇ ਕੰਢੇ ਤੇ ਸੁੱਟਿਆ, ਪਰ ਕੋਈ ਬਖਸ਼ਿਆ ਹੋਵੇ। ਜਦ ਰਾਤ ਦਾ ਸਮਾਂ ਹੋਇਆ, ਰਾਤ ਦੇ ਸਮੇਂ ਦੇ ਵਿੱਚ ਜੰਗਲੀ ਜਾਨਵਰਾਂ ਨੇ ਤੇ ਅਕਸਰ ਘੁੰਮਣਾ ਹੁੰਦਾ ਸੀ, ਕਿਉਂਕਿ ਜੰਗਲੀ ਜਾਨਵਰਾਂ ਦੇ ਵਿੱਚ ਬਹੁਤ ਜਾਨਵਰ ਇਹੋ ਜਿਹੇ ਨੇ ਜਿਹੜੇ ਹਮੇਸ਼ਾ ਉਹਨਾਂ ਦੀ ਜ਼ਿੰਦਗੀ ਰਾਤ ਦੀ ਹੈ। ਉੱਲੂ ਨੇ, ਚਮਗਾਦੜ ਨੇ, ਬਿੱਲੀ ਹੈ, ਸ਼ੇਰ ਹੈ ਇਤਿਆਦਿਕ। ਔਰ ਜਿਹੜੇ ਇਹ ਜਾਨਵਰ ਰਾਤ ਨੂੰ ਜਾਗਦੇ ਨੇ ਨਾ, ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਤਕਰੀਬਨ ਇਹਨਾਂ ਦੀ ਹਿੰਸਕ ਜ਼ਿੰਦਗੀ ਹੈ। ਇਹਨਾਂ ਦਾ ਮਤਲਬ ਇਹ ਹੁੰਦਾ ਹੈ, ਉੱਲੂ ਰਾਤ ਨੂੰ ਉੱਡਦਾ ਹੈ ਤੇ ਉੱਡ ਕੇ ਉਹਦਾ ਮਤਲਬ ਹੁੰਦਾ ਹੈ ਛੋਟੇ ਛੋਟੇ ਬੱਚਿਆਂ ਨੂੰ ਚੁੱਕ ਕੇ ਖਾਣਾ, ਕਿਸੇ ਜਾਨਵਰ ਦੇ ਆਂਡਿਆਂ ਨੂੰ ਖਾ ਜਾਣਾ। ਜੋ ਬਿੱਲੀ ਨੂੰ ਮਿਲ ਜਾਵੇ ਉਹ ਖਾ ਜਾਂਦੀ ਹੈ। ਸ਼ੇਰ ਰਾਤ ਦੇ ਸਮੇਂ ਸ਼ਿਕਾਰ ਬੜੇ ਕਰਦਾ ਹੈ, ਕਿਉਂਕਿ ਕੁਦਰਤੀ ਨਿਯਮਾਂ ਦੇ ਵਿੱਚ ਜਿੱਥੇ ਸ਼ੇਰ ਦੀ ਅੱਖ ਦਿਨ ਦੇ ਟਾਈਮ ਕੰਮ ਕਰਦੀ ਹੈ ਨਾ,
ਉਸ ਤੋਂ ਦੁੱਗਣੀ ਰਾਤ ਨੂੰ ਕੰਮ ਕਰਦੀ ਹੈ ਸ਼ੇਰ ਦੀ ਅੱਖ, ਇੰਨੀ ਤੇਜ਼ ਨਿਗਾਹ ਉਸ ਦੀ ਰਾਤ ਨੂੰ। ਇਹ ਸਾਰਾ ਕੁਛ ਜਿੰਨਾ ਸਿਸਟਮ ਹੈ ਨਾ, ਇਹ ਪਰਮਾਤਮਾ ਦਾ ਰਚਿਆ ਹੋਇਆ ਹੈ, ਅਤੇ ਪਰਮਾਤਮਾ ਨੇ ਆਪਣੀ ਰਚਨਾ ਦੇ ਵਿੱਚ ਜੀਆਂ ਦਾ ਆਹਾਰ ਵੀ ਜੀਆਂ ਨੂੰ ਬਣਾਇਆ ਹੋਇਆ ਹੈ ਕਿ ਸ਼ੇਰ ਨੇ ਜੇ ਭੋਜਨ ਛਕਣਾ ਹੈ ਤਾਂ ਉਹਦਾ ਆਹਾਰ ਹੀ ਜੀਵ ਬਣਾਏ ਹੋਏ ਨੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਉਹਨਾਂ ਦਾ ਕੱਚਾ ਮਾਸ ਹੀ ਜਿਹੜਾ ਭੋਜਨ ਤੇ ਬਣਾ ਦਿੱਤਾ ਹੈ। ਆਹਾਰ ਹੀ ਜੀਵਾਂ ਦਾ ਆਹਾਰ ਜਿਹੜੇ ਨੇ ਉਹ ਜੀਵ ਬਣਾਏ ਹੋਏ ਨੇ ਕੁਦਰਤੀ ਨਿਯਮਾਂ ਦੇ ਵਿੱਚ। ਔਰ ਜਿਹੜੇ ਇਹ ਰਾਤ ਨੂੰ ਜਾਗਣ ਵਾਲੇ ਜਾਨਵਰ ਨੇ ਜਾਂ ਪਸ਼ੂ ਨੇ, ਇਹ ਸਾਰੇ ਦੇ ਸਾਰੇ ਹਿੰਸਕ ਨੇ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹਨਾਂ ਜਾਨਵਰਾਂ ਦੀ ਤਾਦਾਦ ਸੀ ਜਿਹੜੀ ਬਹੁਤ ਵੱਡੀ ਹੁੰਦੀ ਸੀ, ਅਤੇ ਸਿਆਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਅਕਸਰ ਕਹਿੰਦੇ ਹੁੰਦੇ ਸੀ, ਕਹਿੰਦੇ ਸੋਟੇ ਢੀਏ ਬਿਨਾ ਤੁਰੀਏ ਨਾ ਰਾਤ ਨੂੰ। ਸੋਟੀ ਤੋਂ ਬਗੈਰ ਰਾਤ ਨੂੰ ਕਦੇ ਸਫ਼ਰ ਨਹੀਂ ਕਰਦੇ ਸੀ। ਹੁਣ ਤੇ ਬੜੀ ਸਵਰਗਾਂ ਭਰੀ ਜ਼ਿੰਦਗੀ ਜਿਉ ਰਹੇ ਹਾਂ, ਕਿਸੇ ਜਾਨਵਰ ਦਾ ਕੋਈ ਡਰ ਨਹੀਂ ਹੈ, ਕੋਈ ਨੇੜੇ ਜੰਗਲ ਨਹੀਂ ਹੈ, ਕੋਈ ਪੱਗ ਡੰਡੀਆਂ ਰਾਹੀਂ ਨਹੀਂ ਜਾਣਾ ਪੈਂਦਾ, ਕਰੋੜਾਂ ਤਰ੍ਹਾਂ ਦੀਆਂ ਸਹੂਲਤਾਂ ਸਾਡੇ ਘਰਾਂ ਦੇ ਵਿੱਚ ਮੌਜੂਦ ਨੇ। ਰਾਤ ਦੇ ਸਮੇਂ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰ ਕੌਰ ਜੀਆਂ ਦੀ ਸਰੀਰ ਨੂੰ ਸੀ ਜਿਹੜਾ ਇਹਨਾਂ ਨੇ ਲਾਵਾਰਸ ਕਰਕੇ ਸੁੱਟ ਦਿੱਤਾ ਕਿ ਆਪੇ ਜਾਨਵਰ ਖਾ ਜਾਣਗੇ। ਵਾਕਈ ਉੱਥੇ ਜਾਨਵਰਾਂ ਦਾ ਵੀ ਰਾਤ ਨੂੰ ਪਹੁੰਚਣਾ ਹੋ ਗਿਆ। ਉਹ ਵੀ ਕੌਣ ਪਹੁੰਚੇ? ਇੱਕ ਸ਼ੇਰ ਪਹੁੰਚੇ ਉੱਥੇ। ਸ਼ੇਰ ਜਦ ਪਹੁੰਚੇ ਤੇ ਸਾਹਿਬਜ਼ਾਦਿਆਂ ਦੇ ਅਤੇ ਮਾਤਾ ਗੁਜਰ ਕੌਰ ਜੀਆਂ ਦੇ ਦਰਸ਼ਨ ਕਰਕੇ ਤੇ ਸ਼ੇਰ ਉਹਨਾਂ ਦੇ ਕੋਲ ਹੀ ਬੈਠ ਗਏ ਨੇ। ਕਮਾਲ ਦੀ ਗੱਲ, ਕੋਲ ਹੀ ਬੈਠ ਗਏ ਨੇ। ਹੋਰ ਵੀ ਆਏ ਤੇ ਸਭ ਦੇ ਸਭ ਉਹਨਾਂ ਦੇ ਕੋਲ ਬੈਠੇ ਗਏ। ਉਹਨਾਂ ਦੀਆਂ ਜਿਹੜੇ ਸਰੀਰ ਪਏ ਸੀ ਉਹਨਾਂ ਨੂੰ ਕਿੱਥੇ ਉਹਨਾਂ ਨੇ ਮਾਸ ਖਾਣਾ ਸੀ, ਕਿਉਂਕਿ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ, ਮਾਤਾ ਗੁਜਰ ਕੌਰ ਜੀਆਂ ਦੇ ਸਰੀਰ ਦੇ ਦਰਸ਼ਨ ਕਰਦਿਆਂ ਹੀ ਉਹਨਾਂ ਦਾ ਜਿਹੜਾ ਆਤਮਿਕ ਬਲ ਸੀ ਉਹ ਜਾਗ ਪਿਆ। ਗੁਰਬਾਣੀ ਮਨੁੱਖ ਦੇ ਕਿਸੇ ਸਰੀਰ ਨੂੰ ਬਦਲਣ ਦੀ ਗੱਲ ਨਹੀਂ ਕਰਦੀ। ਹਮੇਸ਼ਾ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜੇ ਤੂੰ ਬਦਲਣਾ ਹੈ ਤੇ ਆਪਣੇ ਆਪ ਨੂੰ ਬਦਲ। ਜਿੰਨਾ ਟਾਈਮ ਤੋਂ ਆਪਣੇ ਆਪ ਨੂੰ ਨਹੀਂ ਬਦਲਦਾ ਓਨਾ ਟਾਈਮ ਦੁਨੀਆ ਨਹੀਂ ਬਦਲੇਗੀ। ਬੰਦਾ ਇਸ ਦੇ ਉਲਟ ਚੱਲਦਾ, ਇਹ ਦੁਨੀਆ ਨੂੰ ਬਦਲਾਅ ਦੇ ਵਿੱਚ ਲਿਆਉਣਾ ਚਾਹੁੰਦਾ ਹੈ, ਅਤੇ ਜਦੋਂ ਦੁਨੀਆ ਨੂੰ ਬਦਲਾਅ ਦੇ ਵਿੱਚ ਲਿਆਉਣਾ ਚਾਹੁੰਦਾ ਹੈ, ਐਸੇ ਬੰਦੇ ਦਾ ਫਿਰ ਦੁਨੀਆ ਦੇ ਨਾਲ ਟਕਰਾਅ ਹੋ ਜਾਂਦਾ, ਤਕਰਾਰਬਾਜ਼ੀ ਹੋ ਜਾਂਦੀ ਹੈ, ਟਕਰਾਅ ਹੋ ਜਾਂਦਾ ਹੈ। ਜਦੋਂ ਇਹ ਦੁਨੀਆ ਨੂੰ ਬਦਲਣਾ ਚਾਹੁੰਦਾ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਦੁਨੀਆ ਨੂੰ ਬਦਲਣਾ ਇੱਕ ਪਾਸੇ ਛੱਡਦੇ ਨਹੀਂ ਬਦਲ ਸਕਦਾ। ਹਾਂ, ਜੇ ਤੂੰ ਚਾਹੁੰਦਾ ਹੈ, ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਆਪਣੇ ਆਪ ਨੂੰ ਬਦਲ, ਇਹ ਦੁਨੀਆ ਸਾਰੀ ਬਦਲ ਜਾਣੀ ਹੈ। ਤੂੰ ਤੇ ਦੁਨੀਆ ਦੀ ਗੱਲ ਕਰਦਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਸਿਮਰਨ ਤੇ ਬੰਦਗੀ ਦੇ ਵਿੱਚ ਲੱਗ, ਤੈਨੂੰ ਇਕੱਲੇ ਧਾਰਮਿਕ ਅਸਥਾਨ ਤੋਂ ਨਹੀਂ, ਤੈਨੂੰ ਕਣ ਕਣ ਦੇ ਵਿੱਚੋਂ ਪਰਮਾਤਮਾ ਦਾ ਰੂਪ ਨਜ਼ਰ ਆਉਣ ਲੱਗ ਜੂਗਾ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਤੂੰ ਤੇ ਧਾਰਮਿਕ ਅਸਥਾਨ ਦੀ ਗੱਲ ਕਰਦਾ ਕਿ ਪਰਮਾਤਮਾ ਦੇ ਦਰਸ਼ਨ ਕਰਨ ਜਾਣਾ, ਤੈਨੂੰ ਘਟ ਘਟ ਦੇ ਵਿੱਚੋਂ, ਕਣ ਕਣ ਦੇ ਵਿੱਚੋਂ ਪਰਮਾਤਮਾ ਦਾ ਰੂਪ ਨਜ਼ਰ ਆਉਣ ਲੱਗ ਜੂਗਾ। ਪਰ ਇੱਕ ਗੱਲ ਚੇਤੇ ਰੱਖੀ,
ये उदों ही नज़र आना है जदों तू अपने आप नूं बदल लेगा। जिन्ना टाइम दुनिया नूं बदलण दे यतन करता रहेगा ना, परमात्मा दे रूप दे विचों भी तैनूं परमात्मा दा रूप नज़र नहीं आना। परमात्मा दा जिहड़ा रूप है वो रूप दे विचों भी तैनूं परमात्मा दा रूप नज़र नहीं आना जिन्ना टाइम तू दूजे नूं बदलाउण दे यतन करेगा। तो दुनिया की तो फितरत बनी हुई है, दुनिया दे ते काम ही यह है कि हमेशा ये दूजे नूं बदलण दे यतन करते हैं। वारी वारी क्यों गुरु नानक महाराज ने कहा सी कि तुसी अमृत वेले पंजे बाणियां दा नितनेम करना है। क्यों कहा सी कि जपजी साहिब दा पाठ करना ही करना है? वो इस वास्ते कहा सी कि गुरु नानक स्पष्टीकरण दिंदे ने इस गल दे विच, जपजी साहिब दे विच, कि जे तू चाहुंदा है कि दुनिया भी सारी बदल जाए, तू अपने आप नूं बदल ला। तो अपने आप नूं बदलना की, अपने मन नूं जितना। वो असीं नित ही सुणदे हैं, मन जीता जग जीत। जितना चाहुंदा है तो जग नूं जित लै, पर तू अपने मन नूं जित। क्योंकि दुनियादारी दे विच जित प्राप्त करनी कोई वड्डी गल नहीं है। और वड्डी गल इस करके नहीं है कि दुनियादारी दे विच धन चल जाता है, धन के जोर दे नाल जित प्राप्त की जा सकती है। बंदियां दियां बाहां दे जोर दे नाल जित प्राप्त की जा सकती है। तो वो जित प्राप्त उदों ही हुंदी है जदों कोई मनुख किसी नूं हराउणा चाहुंदा है, आप जितना चाहुंदा है ते दूजे नूं हराउणा चाहुंदा है। जे ते मनुख की सारी जिंदगी इहो ही तमन्ना है कि मैं आप जित्तां ते दूजे नूं हरावां, उहनूं कहंदे ने सत्ताधारी। जे मनुख की जिंदगी इत्थे खड़ी है कि मैं आप हारा दूजा जिते, उहनूं कहंदे ने इहदे अंदर सत पैदा हो गया, सत वचन का अधिकारी है। ते सत अते सता लम्मे टाइम तो लैके आपस विच दी टकराउंदियां ने। हुण मनुख सत बनना चाहुंदा है, क्योंकि मनुख की मंजिल ही है कि मैं सत दे विच लीन होवां, भाव सचखंड दे विच लीन होवां। ते जे सचखंड तक पहुँचण की इच्छा रखदा है तो सत वचन तैनूं पहलां लियाउणा पैना, तो सत पैदा करन वास्ते तैनूं अपने आप नूं हारना पैना ते दूजे नूं जिताउणा पैना। तो दुनिया दे विच हारना कौन चाहुंदा है? कोई चाहुंदा है कि मैं हारां? हरेक मनुख की इच्छा हुंदी है कि मैं जितां। बस इत्थे ही फर्क पै जांदा है, जिथे मैं आ जाती है बाबे नानक का उत्थे हुक्म नहीं चलता। गुरु नानक देव साहिब जी महाराज कहते नहीं तेनों कोई उपदेश करना, पत्थर ते पानी पाउण का कोई फायदा नहीं है। तो गुरु साहिब जी महाराज कहते ने अपने आप नूं हराउणा ते दूजे नूं जिताउणा। ऐलानिया गुरु अर्जन देव साहिब जी महाराज, सुखी बसै मसकीनियां, मसकीनियां पहलवान, कुश्तियां पुराने जमाने च लड़ते सी। गुरु अर्जन देव साहिब महाराज खुद आप महाराज जी कोल बैठे से। जेड़े मसकीनियां पहलवान नूं खाड़े दे विच कोई हरा नहीं सकिया सी, अज नॉर्मल जे बंदे तो हार गया, क्योंकि वो दूजे नूं जिताउणा चाहुंदा सी। ते जे आप हार के दूजे नूं जिता गया, अज सुखमणी साहिब के अंदर गुरु अर्जन देव साहिब महाराज ने उसका नाम दर्ज कर दिता। जे चाहुंदा है सचखंड तक पहुँचना ते तेरे अंदर सत होवे, ते जिन्हां दे अंदर सत होया आप हारन दे यतन करनगे, दूजे नूं जिताउण दे यतन करनगे। ते जे मनुख आप जितण दे यतन करदा है, दूजे नूं हराउणा चाहुंदा है, तो समझ लेना फिर ये मनुख राजनीति दे विच है, परमात्मा दे घर दे विच नहीं है। शरीर करके भावें परमात्मा कोल बैठा है, भावें परमात्मा दे कोल खड़ा है, पर ये मनुख परमात्मा दे कोल खड़ा, कोल बैठा, कोल गल्लां करदा भी राजनीति दे विच तुरिया फिरदा।
अदरवाइज ये दूजे नूं हराउणा चाहुंदा ते सारी दुनिया का यही सिस्टम बनया होया, आप जितना ते दूजिਆਂ नूं हराउणा। बस ऐसे ही कारण करके गुरबाणी दे नाल हरेक बंदे दी निभदी नहीं है, नहीं निभदी, क्योंकि दुनिया कुछ होर कहती है ते बाबे नानक दा कर कुछ होर कहंदा, इसे करके जुड़ नहीं बैठते। होर गुरबाणी दे कोल की है, कहंदे गुरबाणी दे नाल हरेक बंदा जुड़ नहीं बैठदा, बथेरे लानतां पाउंदे ने, एक दूजे नूं लानतां पाई जांदे ने, तुसीं गुरबाणी दे नाल जुड़ जाओ, तू गुरबाणी दे कोल नहीं जांदा, तू ये नहीं करदा, बड़ा कुछ करदे हैं, बड़ा कुछ दुनिया करदी है। पर गुरु साहिब जी महाराज कहते ने कि तू आप जुड़, सच जानो फैसला गुरबाणी दा है, जे तू आप जुड़ गया तो सच जानी तैनू सारी दी सारी सृष्टि परमात्मा ने नाल जुड़ी हुई नजर आऊगी। सारी सृष्टि, सारी सृष्टि तैनू नजर आऊगी परमात्मा दे नाल जुड़ी हुई, पर उदे नजर आऊगी जिद्दे तू खुद जुड़िया होया, खुद जुड़िया होया। ते जिन्ना टाइम तो खुद नहीं जुड़िया होया उन्ना टाइम तो अपनी जिंदगी दे विचों दूजिਆਂ नूं लानतां पावेंगा, ते दूजिਆਂ नूं ते लानतां पैंदियां ने। आ जिहड़े कोई विचारे नशा पत्ता समाज दे विच कर लैंदे ने, इन्हां नूं कोई धार्मिक स्थान कोई है जी जिहड़ा बख्शदा होवे? कोई नहीं बख्शदा। पर जे किते वो नशा खाण वाला बंदा कह दे कि मैं तो 1 करोड़ रुपया किसी धार्मिक स्थान नूं दान करना है, सारे धार्मिक स्थानों के बंदे उहदे घरे पहुँच जाएंगे, फिर कहते हैं बहुत चंगा है। तो दूजे की जिंदगी नूं लानतां पाउणियां ये किसी भी बंदे नूं परमात्मा ने अधिकार नहीं दिता होया, नहीं दिता होया, क्योंकि परमात्मा खुद सृष्टि नूं पैदा कर रहा है, खुद सृष्टि नूं चला रहा है, ते खुद सृष्टि नूं लय कर रहा है। जद परमात्मा ने पैदा कीते ने, परमात्मा सृष्टि नूं चला रहा है, परमात्मा सृष्टि नूं लय कर रहा है, तो गुरु साहिब जी महाराज कहते हैं फिर तू एवें खा मखाई विचाले औखा होई जाना, क्यों किसी नूं हराउणा चाहुंदा है? तो पर मनुख की फितरत बनी हुई है कि दूजे नूं हराउणा ते आप जितना। सतगुरु महाराज जी कहते इसे करके गुरबाणी दे नाल बहुतियां जिंदगियां दा मेल मिलाप नहीं रलदा, क्योंकि गुरु साहिब जी महाराज कहते ने तू हारना सिख ते किसी नूं जिताउणा सी। ते गुरु नानक देव साहिब जी महाराज जी दे कोल इसे करके हर एक मनुख है जिहड़ा वो घट बैठ के राजी है। तमाम जिहड़े है ये थोड़े चंद मिनटां दीयां रौनकां जिहड़ियां ने 24 घंटियां दे विचों वो रह गईयां ने। बख्शिया होया शरीर भावें श्वास नहीं चलते, पर अज जेड़े मासाहारी जानवर सी उन्हां दा भी अंदरला सिस्टम जागिया। गुरबाणी किसी दे शरीर नूं नहीं बदलदी, गुरबाणी हमेशा मनुख दे जेड़ा अंदर कुछ चल रहा है, जिन्ना कुछ जेड़ा अंदर दा सूक्ष्म जीवन है ਉਹਨੂੰ बदलण दे यतन करते हैं गुरु साहिब जी महाराज, ਉਹਨੂੰ बदलते हैं। तो जिन्ना टाइम ਉਹ नहीं बदलिया जाता उन्ना टाइम गुरु साहिब जी महाराज कहते ये तेरियां नज़रां दे विच समाज हमेशा गलत रहेगा, हमेशा गलत रहेगा, हमेशा ये समाज तैनूं गलत नज़र आएगा। जिस दिन तो अकाल पुरख दे नाल जुड़ बैठ के अपने आप नूं अंदरों बदल लिया, तैनूं उसे दिन ही पता लगू कि ऐ मेरे परमात्मा ये सृष्टि तो तेरी चलाई चल रही है, मैनूं ते अज पता लगे इस गल का। उंज ते मनुख अपनियां जवान दे विचों गल्लां ही करता रहिंदा। तो उन्हां सारी रात उन्हां शेरां ने पहरा दे के माता गुजरी अते दोने छोटे साहिबजादियां दे शरीरां दी राखी कीती है। हुण शेर ते मासाहारी जानवर है, पर मासाहारी जानवर मांस की ही राखी कर रहे ने।
ਇਹਦੇ ਵਿੱਚ ਵੱਡਾ ਬਦਲਾਅ ਕਿੱਥੇ ਆ ਗਿਆ ਕਿ ਉਹਨਾਂ ਸ਼ੇਰਾਂ ਦੇ ਅੰਦਰਲੀ ਆਤਮਾ ਜਾਗ ਪਈ ਮਾਤਾ ਗੁਜਰੀ ਜੀਆਂ ਦੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਕੇ। ਸੱਚ ਜਾਣਿਓ, ਚੰਨ ਪਲਾਂ ਦੇ ਵਿੱਚ ਉਹਨਾਂ ਸ਼ੇਰਾਂ ਦੀ ਆਤਮਾ ਜਾਗੀ, ਮਾਸ ਦੀ ਸਾਹਿਬਜ਼ਾਦਿਆਂ ਦੇ ਅਤੇ ਮਾਤਾ ਗੁਜਰੀ ਜੀਆਂ ਦੇ ਸਰੀਰ ਦੀ ਸਾਰੀ ਰਾਤ ਰਾਖੀ ਕਰਦੇ ਰਹੇ। ਬੰਦਾ ਸਾਰੀ ਜ਼ਿੰਦਗੀ ਪਰਮਾਤਮਾ ਦੇ ਨਾਲ ਜੁੜ ਬੈਠਦਾ ਪਰ ਇਹ ਅੰਦਰੋਂ ਕਦੇ ਜਾਗਦਾ ਨਹੀਂ ਹੈ, ਸੁੱਤਾ ਹੀ ਪਿਆ ਰਹਿੰਦਾ, ਸੁੱਤਾ ਹੀ ਪਿਆ ਰਹਿੰਦਾ। ਕਬੀਰ ਸਾਹਿਬ ਜੀ ਤੇ ਐਲਾਨੀਆਂ ਕਹਿੰਦੇ ਨੇ, ਕਹਿੰਦੇ ਕਈ ਜ਼ਿੰਦਗੀਆਂ ਤੇ ਇਹੋ ਜਿਹੀਆਂ ਨੇ ਤਬ ਜਾਨੋਗੇ ਜਬ ਉਗਰੇ ਗੋਪਾਚ। ਕਈ ਜ਼ਿੰਦਗੀਆਂ ਤਾਂ ਇਹੋ ਜਿਹੀਆਂ ਨੇ ਜਮ ਕਾ ਡੰਡ ਮੁੰਡ ਮੈਂ ਲਾਗੈ ਖਿਨ ਮੈਂ ਕਰੈ ਨਵੇਰਾ। ਕਈ ਜ਼ਿੰਦਗੀਆਂ ਇਹੋ ਜਿਹੀਆਂ ਨੇ ਜਿਹੜੀਆਂ ਹਮੇਸ਼ਾ ਉਦੋਂ ਲੱਗਦੀਆਂ ਨੇ ਜਦੋਂ ਜਮ ਆ ਕੇ ਉਹਨਾਂ ਦੇ ਸਿਰ 'ਤੇ ਡੰਡਾ ਮਾਰਦੇ, ਉਦੋਂ ਪਹਿਲਾਂ ਜਾਗਦੇ ਨਹੀਂ, ਉਸ ਤੋਂ ਪਹਿਲਾਂ ਨਹੀਂ ਜਾਗਦੇ। ਇਹ ਉਦੋਂ ਜਾਗਦੇ ਨੇ ਜਦੋਂ ਜਮਾਂ ਦੀ ਮਾਰ ਪੈਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਜਾਗਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਤੂੰ ਅੰਦਰੋਂ ਜਾਗ, ਤੈਨੂੰ ਅੰਦਰੋਂ ਜਗਾਉਣ ਵਾਸਤੇ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਕਰੋੜਾਂ ਪ੍ਰਮਾਣ ਮਹਾਰਾਜ ਜੀ ਤੈਨੂੰ ਬਖਸ਼ਦੇ ਨੇ, ਕਰੋੜਾਂ ਪ੍ਰਮਾਣ ਅੰਦਰੋਂ ਜਗਾਉਣ ਵਾਸਤੇ। ਤੇ ਜਿਸ ਦਿਨ ਤੋਂ ਅੰਦਰੋਂ ਜਾਗਿਆ ਉਸੇ ਦਿਨ ਫਿਰ ਹਾਲਾਤ ਜਿਹੜੇ ਨੇ ਇਹ ਸਮਾਜ ਦੇ ਨਾਲੋਂ ਵੱਖਰੇ ਹੋ ਜਾਣੇ ਨੇ ਤੇਰੇ। ਸਮਾਜ ਦੇ ਵਿੱਚ ਤੇ ਸ਼ੇਰ ਮਾਸ ਕੱਚੇ ਮਾਸ ਨੂੰ ਖਾਂਦਾ ਹੈ, ਪਰ ਇਤਿਹਾਸ ਦੇ ਸੁਨਹਿਰੀ ਪੰਨੇ ਸਾਡੇ ਸਾਹਮਣੇ ਪਏ ਨੇ ਕਿ ਉਹਨਾਂ ਸ਼ੇਰਾਂ ਨੇ ਸਾਰੀ ਰਾਤ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰ ਕੌਰ ਜੀਆਂ ਦੇ ਸਰੀਰ ਦੀ ਰਾਖੀ ਕੀਤੀ ਹੈ। ਮਾਸਾਹਾਰੀ ਜਾਨਵਰ ਮਾਸ ਦੀ ਰਾਖੀ ਕਰ ਰਿਹਾ ਹੈ, ਹਾਲਾਂਕਿ ਸ਼ੇਰਾਂ ਦੀ ਖੁਰਾਕ ਹੈ ਕੱਚਾ ਮਾਸ ਖਾਣਾ, ਪਰ ਕਿਉਂਕਿ ਉਹ ਅੰਦਰੋਂ ਜਾਗ ਗਏ ਸੀ ਦਰਸ਼ਨ ਕਰਕੇ। ਤੋ ਗੁਰਬਾਣੀ ਮਨੁੱਖ ਦੇ ਸਰੀਰ ਬਦਲਣ ਦੀ ਨਹੀਂ ਗੱਲ ਕਰਦੀ, ਸਰੀਰ ਦੀਆਂ ਕਿਰਿਆਵਾਂ ਬਦਲਣ ਦੀ ਨਹੀਂ ਗੱਲ ਕਰਦੀ। ਗੁਰੂ ਸਾਹਿਬ ਜੀ ਮਹਾਰਾਜ ਤੇ ਮਨੁੱਖ ਨੂੰ ਅੰਦਰੋਂ ਬਦਲਣ ਦੇ ਯਤਨ ਕਰਦੇ ਨੇ, ਅੰਦਰੋਂ, ਕਿ ਜਿਸ ਦਿਨ ਤੋਂ ਅੰਦਰੋਂ ਬਦਲਿਆ ਉਸੇ ਦਿਨ ਫਿਰ ਇਹੋ ਜਿਹੇ ਕਾਰਜ ਹੋ ਜਾਣੇ ਨੇ ਕਿ ਜਿੱਥੇ ਕੋਈ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੀ ਗੱਲ ਕਰਦਾ ਹੈ, ਉਹਨਾਂ ਦੇ ਸਰੀਰ ਦੀ ਗੱਲ ਕਰਦਾ ਹੈ, ਉਹਨਾਂ ਦੇ ਸਰੀਰਾਂ ਦੇ ਸੰਸਕਾਰ ਦੀ ਗੱਲ ਕਰਦਾ ਹੈ, ਉੱਥੇ ਉਹਨਾਂ ਸ਼ੇਰਾਂ ਦਾ ਵੀ ਇਤਿਹਾਸ ਦੇ ਵਿੱਚ ਨਾਮ ਲਿਖਿਆ ਗਿਆ ਜਿਨ੍ਹਾਂ ਨੇ ਪਹਿਰਾ ਦਿੱਤਾ। ਐਡੀ ਵੱਡੀ ਸੇਵਾ ਸਾਰੀ ਰਾਤ ਨਿਭਾਈ ਹੈ ਸੇਵਾ। ਤੋ ਜੇ ਅੰਦਰੋਂ ਜਾਗਦੇ ਤੇ ਇੱਕ ਮਾਸਾਹਾਰੀ ਜਾਨਵਰ ਵੀ ਐਡੀ ਵੱਡੀ ਸੇਵਾ ਨਿਭਾ ਸਕਦਾ ਹੈ। ਜੇ ਅੰਦਰੋਂ ਨਹੀਂ ਜਾਗਿਆ ਤੇ ਇੱਕ ਮਨੁੱਖ ਵੀ ਸ਼ੈਤਾਨ ਦਾ ਰੂਪ ਧਾਰਨ ਕਰਕੇ ਕਈ ਘਰਾਂ ਦਾ ਉਜਾੜਾ ਕਰ ਦਿੰਦਾ ਹੈ, ਕਈ ਘਰ ਉਜਾੜ ਕੇ ਰੱਖ ਦਿੰਦਾ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਪਵਿੱਤਰ ਜਿਹੜੇ ਬੋਲ ਨੇ ਉਹ ਸਤਿਗੁਰੂ ਮਹਾਰਾਜ ਜੀਆਂ ਦੇ ਬੋਲ ਨੇ ਕਿ ਸਤਿਗੁਰੂ ਮਹਾਰਾਜ ਜੀ ਤੈਨੂੰ ਹਮੇਸ਼ਾ ਅੰਦਰੋਂ ਜਗਾਉਣ ਦੇ ਯਤਨ ਕਰਦੇ ਨੇ। ਤੂੰ ਅੰਦਰੋਂ ਜਾਗ, ਜਿਸ ਦਿਨ ਤੂੰ ਅੰਦਰੋਂ ਜਾਗਿਆ ਉਸੇ ਦਿਨ ਤੈਨੂੰ ਸਾਰੀ ਦੀ ਸਾਰੀ ਸ੍ਰਿਸ਼ਟੀ ਵਿੱਚੋਂ ਪਰਮਾਤਮਾ ਦਾ ਰੂਪ ਨਜ਼ਰ ਆਵੇਗਾ ਤੇ ਅੰਦਰੋਂ ਜਗਾਉਣ ਵਾਸਤੇ ਗੁਰੂ ਦੇ ਸ਼ਬਦ, ਗੁਰੂ ਦੇ ਬੋਲ, ਅਕਾਲ ਪੁਰਖ ਦੇ ਬੋਲ ਤੇਰੇ ਕੋਲ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਹਮੇਸ਼ਾ ਤੈਨੂੰ ਪਰਮਾਤਮਾ ਦੇ ਬੋਲਾਂ ਦੀ ਲੋੜ ਪੈਣੀ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਹਰ ਇੱਕ ਜਗ੍ਹਾ ਤੇ ਪਲ ਪਲ ਤੇ ਕਦਮ ਕਦਮ ਤੇ ਮਨੁੱਖ ਨੂੰ ਸਮਝਾਉਣ ਦੇ ਯਤਨ ਕਰਦੇ ਨੇ। ਤਾਂ ਮਨੁੱਖ ਸਮਝਣ ਦੇ ਯਤਨ ਜਿਹੜੇ ਹੈ ਉਹ ਕਰ ਰਿਹਾ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨਗੇ, ਕਿਸੇ ਦਿਨ ਮਨੁੱਖ ਦਾ ਅੰਦਰੋਂ ਜਿਹੜਾ ਜਾਗਣਾ ਹੋ ਜਾਣਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਕਹਿੰਦੇ ਨੇ ਕਿ ਜੇ ਤੂੰ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਤੇ ਦੁਨੀਆ ਤੋਂ ਹਾਰਨਾ ਸਿੱਖ ਲਾ, ਔਰ ਜੇ ਤੂੰ ਦੁਨੀਆ ਆਪਣੇ ਜ਼ਿੰਦਗੀ ਦੇ ਵਿੱਚੋਂ ਕਿਸੇ ਨੂੰ ਹਰਾਉਣਾ ਚਾਹੁੰਦਾ ਤਾਂ ਤੂੰ ਸੱਤਾਧਾਰੀ ਹੋਵੇਂਗਾ, ਰਾਜਨੀਤਿਕ ਹੋਵੇਂਗਾ, ਦੁਨੀਆਦਾਰੀ ਦੇ ਵਿੱਚ ਖਚਤ ਹੋਇਆ ਹੋਵੇਂਗਾ, ਤੂੰ ਪਰਮਾਤਮਾ ਦਾ ਪਿਆਰਾ ਕਦੇ ਹੋ ਨਹੀਂ ਸਕਦਾ। ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਦੇ ਇਤਿਹਾਸ ਦੇ ਸੁਨਹਿਰੀ ਪੰਨੇ ਸਾਡੇ ਸਾਰੇ ਸਾਹਮਣੇ ਪਏ ਨੇ। ਸਮਾਜ ਨੇ ਬੜੇ ਯਤਨ ਕੀਤੇ ਨੇ, ਪਰ ਉਹ ਸਮਾਜ ਦੀਆਂ ਉਸ ਵਕਤ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਭਾਵੇਂ ਹਾਰੇ, ਪਰ ਪਰਮਾਤਮਾ ਦੀ ਨਜ਼ਰ ਦੇ ਵਿੱਚ ਉਹ ਜਿੱਤ ਗਏ ਸੀ। ਭਾਈ ਸਤੀ ਦਾਸ, ਭਾਈ ਦਿਆਲੇ ਵਰਗੇ,
ਭਾਈ ਮਣੀ ਸਿੰਘ, ਭਾਈ ਤਾਰੂ ਸਿੰਘ, ਇਤਿਹਾਸ ਦੇ ਸੁਨਹਿਰੀ ਪੰਨੇ ਸਾਡੇ ਕੋਲ ਪਏ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਅੰਦਰੋਂ ਸਤਵੰਨ ਹੈ, ਸੱਚਖੰਡ ਤੱਕ ਪਹੁੰਚਣ ਦੇ ਯਤਨ ਕਰਨੇ ਨੇ ਤਾਂ ਹਾਰ ਨਾ ਸਿੱਖ ਲੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਕਿਸੇ ਨੂੰ ਜਿੱਤੇਗਾ ਤਾਂ ਫਿਰ ਜਿਹੜੀ ਜ਼ਿੰਦਗੀ ਤੇਰੀ ਆਪਣੀ ਜ਼ਿੰਦਗੀ ਹੈ, ਪਰ ਇਹ ਪਰਾਈ ਆਧਾਰ ਤੇ ਤੂੰ ਆਪਣੀ ਜ਼ਿੰਦਗੀ ਜਿਉਵੇਂਗਾ। ਜ਼ਿੰਦਗੀ ਆਪਣੀ ਹੈ, ਕਸ਼ਿਸ਼ ਕਿਸੇ ਹੋਰ ਦੀ ਹੈ। ਇੰਜ ਜ਼ਿੰਦਗੀ ਹੈ ਜਿਹੜੀ ਇਹ ਬਦਲਾਅ ਦੇ ਵਿੱਚ ਨਹੀਂ ਆਉਣੀ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਸਮਾਂ। ਭੁੱਲਾਂ ਚੁੱਕਾਂ ਦੀ ਖੇਮਾ ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।